कम जैसा कि मैंने पिछली वीडियो में आपको बताया था कि हम जाएंगे जी लॉन्ग रोड पे, तो लॉन्ग रोड के लिए जो ना अभी नहा धो के फ्रेश हो गया। अब मुझे भी तो अस्सलाम वालेकुम बोलने दे अपने व्यूवर्स को। अस्सलाम वालेकुम, कैसे हैं आप लोग। और मैंने कहा कि आज जो है ना मैं जा रही हूँ अपने गाँव, तो मैं जा रहे हैं अपने सोहरे। ਤੁਸੀਂ ਆਪਣੇ ਸਹੁਰੇ ਜਾ ਰਹੇ ਹੋ ਤਾਂ ਇਸ ਲਈ ਮੈਂ ਕਿਹਾ ਚਲੋ ਜੀ ਮੈਂ ਵੀ ਨਾ ਅੱਜ ਤੁਹਾਡੇ ਨਾਲ ਵੌਇਸ ਨਾਲ ਸ਼ਾਮਲ ਹੋਈ ਹਾਂ। ਤੇ ਇੱਥੇ ਜੀ ਰੈਡੀ ਸ਼ੈਡੀ ਹੋ ਗਏ ਨੇ, ਬੈਗ ਵੀ ਮੈਂ ਰੈਡੀ ਕਰਤੇ ਹੋਏ ਸੀ ਰਾਤ ਦੇ। ਔਰ ਆ ਜਿਹੜੇ ਨਾ ਮੈਂ ਵਿੱਚ ਪੰਜਾਬੀ ਥੋੜਾ ਜਿਹਾ ਬੋਲਦੀ ਹਾਂ ਤੇ ਕਦੀ ਬੋਲਦੀ ਹਾਂ ਉਰਦੂ। ਕੋਈ ਗੱਲ ਨਹੀਂ, ਜਿੱਦਾਂ ਵੀ ਬੋਲਣਾ ਨਾ ਬੋਲੀ ਜਾਓ। ਇਹ ਸਾਡੇ ਹੈਲਮਟ ਪਏ, ਬੱਚਿਆਂ ਦੀਆਂ ਚੀਜ਼ਾਂ ਪਈਆਂ ਔਰ ਮੇਰਾ ਬੈਗ ਤਿਆਰ ਹੈ। ਇਹ ਮੇਰੇ ਔਜ਼ਾਰ ਨੇ ਜੀ, ਇਹਨਾਂ ਵਿੱਚ ਮੈਂ ਟਿਊਬ, ਪੈਂਚਰ ਦਾ ਸਮਾਨ ਵਗੈਰਾ ਜਿਹੜਾ ਉਹ ਰੱਖਿਆ। ਚੱਲਨੇ ਬਾਈਕ ਨੂੰ ਕੱਢਨੇ ਬਾਹਰ। ਉਸ ਤੋਂ ਪਹਿਲੇ ਤੁਸੀਂ ਪਹਿਲਾਂ ਹੀ ਦੱਸਤਾ ਬਾਈਕ ਤੇ ਜਾਣਾ। ਮੈਂ ਦੱਸਣ ਲੱਗੀ ਸੀ ਕਿ ਹੁਣ ਤੁਸੀਂ ਵੀ ਸੋਚਦੇ ਹੋਗੇ ਕਿ ਇੰਨਾ ਕੋਈ ਕਾਹਤੋਂ ਰੈਡੀ ਕਰਕੇ ਤੇ ਬੈਠੇ ਹੋਏ ਤੁਸੀਂ ਸਾਰੇ। ਆ ਸਾਡੀਆਂ ਜੀ ਬੈਲਟਾਂ ਸ਼ੈਲਟਾਂ ਜਿਹਨਾਂ ਦੇ ਨਾਲ ਇਹਨਾਂ ਨੇ ਸਾਨੂੰ ਬੰਨ੍ਹ ਕੇ ਤੇ ਫਿਰ ਮੋਟਰਸਾਈਕਲ ਤੇ ਲੈ ਕੇ ਜਾਣਾ। ਨਹੀਂ ਬਣਨਾ, ਬੈਗ ਬਣਨੇ ਨੇ। ਮੈਂ ਤੇ ਮੇਰਾ ਛੋਟਾ ਸ਼ਹਿਜ਼ਾਦਾ ਜਿਹੜਾ ਨਾ, ਮੇਰਾ ਮੂੰਹ ਥੋੜੀ ਦੇਰ ਬਾਅਦ ਵੇਖਦਾ ਪਿਆ ਕਿ ਮੇਰੀ ਮੰਮਾ ਹੁਣ ਨਾ ਤਿਆਰ ਹੋ ਕੇ ਚੱਲੀਏ ਤੇ ਮੈਨੂੰ ਨਹੀਂ ਪੁੱਛਿਆ ਨਾਲ ਲੈ ਕੇ ਜਾਣ ਦਾ। ਇੱਥੇ ਸਾਹਿਬ ਹੁਣੇ ਜੀ ਖੁਸ਼ਬੂਆਂ ਵਗੈਰਾ ਲਾ ਰਹੇ ਨੇ ਤਾਂ ਕਿ ਨਾ ਸਸੁਰਾਲ 'ਚ ਜਾ ਕੇ ਨਾ ਖੁਸ਼ਬੂ ਵਗੈਰਾ ਆਵੇ। ਇਹ ਇੱਤਰ ਜਿਹੜਾ ਨਾ ਬੜੀ ਦੇਰ ਦਾ ਮੇਰੇ ਕੋਲ ਪਿਆ ਹੋਇਆ। ਸ਼ੂਜ਼ ਵਗੈਰਾ ਪਾ ਲਈਏ, ਰਾਈਡਿੰਗ ਸ਼ੂਜ਼ ਜਿਹੜੇ ਨਾ ਮੈਂ ਕਾਫੀ ਦੇਰ ਦੇ ਲਏ ਹੋਏ ਨੇ। ਇਹ ਸਿਰਫ ਮੈਂ ਰਾਈਡਿੰਗ ਵਾਸਤੇ ਹੀ ਪਾਣਾ ਵਾ। ਚਲੋ ਜੀ, ਜੁੱਤੀ ਛੁੱਤੀ ਹੁਣ ਪਾ ਲੈਣ ਲੱਗੇ ਨੇ ਤੇ ਅਸੀਂ ਵੀ ਰੈਡੀ ਹੋ ਕੇ ਬੈਠੇ ਨੇ। ਮੈਨੂੰ ਬਾਇਆ ਇਹਨਾਂ ਨੇ ਟਾਈਮ ਦਾ ਹੀ ਪਵਾ ਕੇ ਬਿਠਾਇਆ ਹੋਇਆ ਤੇ ਕਹਿੰਦੇ ਜੀ ਬਸ ਜੀ ਚਲੀਏ। ਆ ਭਈਏ ਜੁੱਤੀ ਪਾਉਂਦੇ ਨੇ ਤੇ ਫਿਰ ਇਹਨਾਂ ਨੇ ਜਾ ਕੇ ਜੀ, ਬੁੱਢੀਆਂ ਤੁਹਾਨੂੰ ਪਤਾ ਲੇਟ ਤਿਆਰ ਹੁੰਦੀਆਂ ਨੇ। ਇਸ ਵੇਲੇ ਤਾਂ ਪਹਿਲੇ ਮੈਂ ਇਹਨਾਂ ਨੂੰ ਤਿਆਰ ਕੀਤਾ, ਫਿਰ ਆਪ ਤਿਆਰ ਹੋਣ ਲੱਗਾ। ਪਹਿਲੇ ਗੱਲ ਹੈ ਤੁਹਾਨੂੰ ਕੋਈ ਪੁੱਛੇ ਕਿ ਤੁਹਾਡੀ ਬੁੱਢੀ ਕਿੰਨਾ ਕੁ ਲੇਟ ਤਿਆਰ ਹੋਈ, ਉਲਟਾ ਤਿਆਰ ਹੋ ਕੇ ਬੈਠੀ ਹੁੰਦੀ ਹੈ ਕਿ ਹੁਣ ਤੁਸੀਂ ਉੱਠੋ। ਇਹ ਸਾਡੇ ਘਰ 'ਚ ਜ਼ਰਾ ਉਲਟ ਹੁੰਦਾ ਹੈ। ਹਮਾਰੇ ਸਾਥ ਜਾ ਰਹੇ हैं जी सामिया और मनाहिल। ਲਾਹੌਰ ਤੋਂ ਸਾਹੀਵਾਲ ਜੀ ਬਾਈਕ ਤੇ ਹੋਏਗਾ ਜੀ ਸਾਡਾ ਟੂਰ। ਕਾਫੀ ਦਫਾ ਜੀ ਬਾਈਕ ਤੇ ਸਾਹੀਵਾਲ ਜਾ ਚੁੱਕੇ ਹਾਂ, ਲੇਕਿਨ ਇਸ ਦਫਾ ਜਿਹੜਾ ਨਾ ਇੱਕ ਅਲੱਗ ਹੀ ਮਜ਼ਾ ਆ ਰਿਹਾ ਕਿਉਂਕਿ ਮੌਸਮ ਜਿਹੜਾ ਨਾ ਬੜਾ ਹੀ ਕਮਾਲ ਦਾ ਤੇ ਮਿੱਠਾ ਹੋਇਆ ਹੈ। ਬਾਰਿਸ਼ਾਂ ਦੇ ਦਿਨ ਨੇ। ਹਾਂਜੀ, ਤੇ ਕਦੀ ਹੁੰਦੀ ਸੀ ਪਹਿਲੇ ਗਰਮੀ ਤੇ ਜਾਂ ਹੁੰਦੀ ਸੀ ਫੁੱਲ ਸਰਦੀ, ਤੇ ਹੁਣ ਜਿਹੜਾ ਨਾ ਮਿੱਠਾ ਜਿਹਾ ਮੌਸਮ ਹੈ। ਮੈਂ ਕਿਹਾ ਉਹਨਾਂ 'ਚ ਤੁਸੀਂ ਅੰਮੀ ਵੱਲੋਂ ਆਓ ਤੇ ਮੈਂ ਬੈਗ ਸ਼ੈਗ ਬੰਨ ਕੇ ਤੇ ਰੈਡੀ ਕਰਨਾ ਵਾ ਬਾਈਕ ਨੂੰ। ਬਾਈਕ ਜਿਹੜੀ ਨਾ ਰੈਡੀ ਹੁੰਦੀ ਹੈ ਤੇ ਮੈਂ ਤੁਹਾਨੂੰ ਦਿਖਾਣਾ ਬਾਈਕ ਕੈਸੀ ਰੈਡੀ ਹੋਈ। ਲਓ ਜੀ, ਇਹ ਦੇਖੋ ਬੈਗ ਕੈਸੇ ਲੱਗੇ। ਹਾਂ, ਜਦੋਂ ਦੇ ਅਸੀਂ ਇਹ ਬੈਗ ਲਏ ਸਾਨੂੰ ਇਹ ਸਹੂਲਤ ਹੋ ਗਈ ਕਿ ਕੋਈ ਚੀਜ਼ ਪਿੱਛੇ ਜਿਹੜੀ ਹੈ ਨਾ ਇੱਧਰ ਉੱਧਰ ਨਹੀਂ ਹੋਈ, ਡਿੱਗਣ ਦਾ ਖਤਰਾ ਨਹੀਂ ਹੁੰਦਾ। ਲਓ ਜੀ, ਬਾਈਕ ਰੈਡੀ ਹੋ ਗਈ ਹੈ। ਚੈੱਕ ਕਰੋ, ਇਸ ਤਰ੍ਹਾਂ ਕੁਝ ਬਾਈਕ ਰੈਡੀ ਹੋਈ ਜੇ। ਤੇ ਹੁਣ ਤੁਸੀਂ ਦੱਸੋ ਇਹਦੇ ਤੇ ਕੋਈ ਮਸਲਾ ਹੈ? ਜਿਵੇਂ ਮਰਜ਼ੀ ਜਿਹੜਾ ਨਾ ਫੈਮਿਲੀ ਬੈਠ ਕੇ ਜਾ ਸਕਦੀ ਹੈ। ਹਾਲਾਂਕਿ ਪਿੱਛੇ ਟੌਪ ਬਾਕਸ ਵੀ ਲੱਗਦਾ, ਉਹ ਨਹੀਂ ਮੈਂ ਇਹ ਲਾਇਆ। ਇਹ ਚੀਜ਼ਾਂ ਜਿਹੜੀਆਂ ਨਾ ਇਹ ਵੀ ਐਕਸਟਰਾ ਹੈਗੀਆਂ ਨੇ। ਇਹ ਤਾਂ ਇੱਕ ਦੋ ਫਿਰ ਵੀ ਨਾਲ ਲੈ ਕੇ ਜਾਵਾਂਗਾ ਤਾਂ ਕਿ ਕੋਈ ਰਾਸਤੇ 'ਚ ਵੀ ਕੋਈ ਮਸਲਾ ਮਸਾਇਲ ਹੋ ਸਕਦਾ ਬਾਈਕ ਨੂੰ। ਇਹ ਜੀ ਘਰ ਹੈ ਅੰਮੀ ਉਹਨਾਂ ਦਾ, ਤੇ ਇੱਥੋਂ ਅਸੀਂ ਸਲਾਮ ਦੁਆ ਅੰਮੀ ਨਾਲ ਕਰ ਲਈਏ। ਅੰਮੀ ਉਹਨਾਂ ਦਾ ਘਰ ਜਿਹੜਾ ਨਾ ਨਾਲ ਦੀ ਗਲੀ 'ਚ ਹੀ ਹੈ। ਸਲਾਮ ਦੁਆ ਵਗੈਰਾ ਹੋ ਗਈ ਹੈ। ਉਸ ਤੋਂ ਇਲਾਵਾ ਜੀ ਹੁਣ ਬੈਠਣ ਦੀਆਂ ਤਿਆਰੀਆਂ ਹੋ ਰਹੀਆਂ। ਹੁਣ ਤੁਹਾਨੂੰ ਦਿਖਾ ਰਹੇ ਜੀ। ਲਓ ਜੀ, ਕਿਸ ਤਰ੍ਹਾਂ ਅਸੀਂ ਬਾਈਕ ਤੇ ਬੈਠਣਾ ਤੇ ਕਿਸ ਤਰ੍ਹਾਂ ਅਸੀਂ ਜਾਣਾ। ਬੇਟੀ ਜਿਹੜੀ ਅੱਗੇ ਬੈਠ ਰਹੀ ਨਾ, ਉਹਨੂੰ ਉਹਦੇ ਵਾਸਤੇ ਹੈਲਮਟ ਜਿਹੜਾ ਨਾ ਲਾਜ਼ਮੀ ਹੈ ਕਿਉਂਕਿ ਅੱਗੇ ਤੁਹਾਨੂੰ ਪਤਾ ਮੱਛਰ, ਕੀੜਾ ਮਕੌੜਾ, ਹਵਾ ਤੇ ਸਾਰਾ ਕੁਝ ਹੀ ਹੁੰਦਾ। ਤੇ ਬੇਗਮ ਵਾਸਤੇ ਜਿਹੜਾ ਨਾ ਹੈਲਮਟ ਇੱਕ ਅਸੀਂ ਲਹਿਦਾ ਪਰਚੇਜ਼ ਕਰਨਾ ਵੇ, ਉਹ ਥੋੜਾ ਅੱਛੇ ਵਾਲਾ ਪਰਚੇਜ਼ ਕਰਨਾ ਵੇ। ਇਹਨੂੰ ਨਾਲ ਲਿਜਾ ਕੇ ਪਰਚੇਜ਼ ਕਰਨਾ ਵੇ ਕਿਉਂਕਿ ਇਹਨੂੰ ਬਾਅਦ ਚੋਂ ਜਿਹੜੀ ਹੈ ਨਾ ਚੀਜ਼ ਪਸੰਦ ਨਹੀਂ ਆਉਂਦੀ। ਜੇ ਅਗਰ ਕੰਫਰਟੇਬਲ ਨਾ ਹੋਵੇ ਤੇ ਫਿਰ ਜਿਹੜੀ ਹੈ ਨਾ ਉਹ ਜ਼ਾਇਆ ਹੋ ਜਾਣੀ ਹੁੰਦੀ ਹੈ। ਸਾਡੀ ਫਲੈਟ ਜਿਹੜੀ ਹੈ ਨਾ ਨਿਕਲ ਪਈ ਜੇ। ਜੀ ਮੀਟਰ ਅਸੀਂ ਕਰ ਲੈਂਦੇ ਹਾਂ ਜੀ 00। ਇਸ ਟਾਈਮ ਹੋ ਗਿਆ 5:30 ਦਾ ਤੇ ਅਸੀਂ ਇੱਥੋਂ ਲਾਹੌਰੋਂ ਨਿਕਲ ਰਹੇ ਹਾਂ ਆਪਣੀ ਗਲੀ ਚੋਂ ਬਾਹਰ ਮੇਨ ਤੇ ਲੋ ਜੀ ਹੁਣ ਅਸੀਂ ਪਹੁੰਚਨੇ ਆ ਸਾਹੀਵਾਲ। ਤੇ ਲੋ ਜੀ, ਸਭ ਤੋਂ ਪਹਿਲੇ ਜਦੋਂ ਵੀ ਅਸੀਂ ਕੋਈ ਜਲਦੀ ਹੁੰਦੀ ਹੈ ਨਾ ਸਾਨੂੰ ਸਭ ਤੋਂ ਪਹਿਲੇ ਸਾਨੂੰ ਇਹ ਫਾਟਕ ਜਿਹੜਾ ਨਾ ਲਾਜ਼ਮੀ ਬੰਦ ਮਿਲ। 5:30 ਹੋ ਗਏ ਸੀ। ਉਸ ਤੋਂ ਇਲਾਵਾ ਜੀ ਤੇ 5:45 ਤੇ ਜਿਹੜੀ ਨਾ ਟ੍ਰੇਨ ਵਗੈਰਾ ਗੁਜ਼ਰ ਕੇ ਤੇ ਜਿਹੜਾ ਨਾ ਪ੍ਰੋਪਰ ਜਿਹੜਾ ਸਾਡਾ ਨਾ ਇਹ ਫਾਟਕ ਅਸੀਂ ਕ੍ਰਾਸ ਕਰ ਰਹੇ ਹਾਂ। 10-15 ਮਿੰਟ ਜਿਹੜੇ ਨਾ ਸਾਡੇ ਇੱਥੇ ਹੀ ਜ਼ਾਇਆ ਹੋ ਗਏ ਨੇ। ਵੈਸੇ ਜਦੋਂ ਕਿਤੇ ਟ੍ਰੇਨ ਨੂੰ ਦੇਖੀਏ ਨਾ ਤੇ ਟ੍ਰੇਨ ਦਾ ਵੀ ਆਪਾਂ ਬਹੁਤ ਅੱਛਾ ਸਫ਼ਰ ਕਰਦੇ ਰਹੇ ਹਾਂ। ਉਸ ਤੋਂ ਇਲਾਵਾ ਜੀ ਟੈਂਕ ਫੁੱਲ ਕਰਵਾਈਏ ਤੇ ਟੈਂਕ ਤਕਰੀਬਨ ਮੇਰਾ ਫੁੱਲ ਹੀ ਸੀ, ਲੇਕਿਨ ਮੈਂ ਕਿਹਾ ਮਜ਼ੀਦ ਜਿਹੜਾ ਨਾ ਪੈਟਰੋਲ ਹੋਰ ਪਵਾ ਲਈਏ ਤੇ ਤਕਰੀਬਨ 1000 ਰੁਪਏ ਦਾ ਜਿਹੜਾ ਨਾ ਪੈਟਰੋਲ ਹੋਰ ਪਿਆ। ਅਸੀਂ ਆ ਜੀ ਕਲਮਾ ਚੌਕ। ਤਕਰੀਬਨ ਟਾਈਮ ਜਿਹੜਾ ਨਾ 6 ਦਾ ਹੋ ਗਿਆ ਵੇ ਇਸ ਟਾਈਮ ਜਿਹੜਾ ਨਾ। ਰਸ਼ ਵੀ ਕਾਫੀ ਸੀ ਲਾਹੌਰ 'ਚ, ਤਾਂ ਬਹੁਤ ਮਿਲਿਆ ਸਾਨੂੰ ਰਸ਼। ਤੇ ਇਹ ਜੀ ਲਾਹੌਰ ਦੀਆਂ ਸੜਕਾਂ ਨੇ। ਜਿੱਥੇ ਅਸੀਂ ਸਟੇ ਕਰਾਂਗੇ ਨਾ ਤੁਹਾਨੂੰ ਉਹ ਦਿਖਾਉਂਦੇ ਜਾਵਾਂਗੇ। ਦੇਖੋ ਜੀ ਰਸ਼ 'ਚ ਕਿਸ ਤਰ੍ਹਾਂ ਮੈਂ ਬਾਈਕ ਕੱਢ ਰਿਹਾ। ਮੋੜ ਇਸ ਤਰ੍ਹਾਂ ਦਾ, ਕੋਈ ਇੱਧਰ ਨੂੰ ਜਾ ਰਿਹਾ, ਕੋਈ ਉੱਧਰ ਨੂੰ ਜਾ ਰਿਹਾ, ਕੋਈ ਥੱਲੇ ਅੰਡਰਪਾਸ ਵੱਲ ਨੂੰ ਜਾਣਾ। ਉਹ 3 ਸੜਕਾਂ ਦਾ ਜਿਹੜਾ ਨਾ ਰਸਤਾ ਹੈ। ਪਹਿਲੇ 3 ਸੜਕਾਂ ਦਾ ਸੀ, ਹੁਣ 4 ਦਾ ਹੋ ਗਿਆ। ਇੱਕ ਫਾਲਕਨ ਨੂੰ ਜਾ ਰਹੀ ਹੈ, ਇੱਕ ਫਿਰੋਜ਼ਪੁਰ ਰੋਡ ਤੇ ਜਾ ਰਹੀ ਹੈ, ਇੱਕ ਕਲਮਾ ਚੌਕ ਤੋਂ ਫਿਰ ਫਿਰੋਜ਼ਪੁਰ ਰੋਡ ਇਛਰੇ ਵਾਲੀ ਸਾਈਡ ਤੇ ਜਾ ਰਹੀ ਹੈ। ਇਹ ਥੱਲੇ ਜਾ ਰਿਹਾ ਜੀ ਅੰਡਰਪਾਸ ਬਰਕਤ ਮਾਰਕੀਟ ਨੂੰ। ਤੇ ਇਸ ਵਜ੍ਹਾ ਤੋਂ ਨਾ ਇਸ ਰੋਡ ਦੇ ਉੱਤੇ ਨਾ ਆ ਕੇ ਕਨਫਿਊਜ਼ਿੰਗ ਬਹੁਤ ਜ਼ਿਆਦਾ ਹੈ ਤੇ ਟ੍ਰੈਫਿਕ ਇੱਥੋਂ ਸਲੋ ਹੀ ਰਹਿੰਦੀ ਹੈ। ਅਸੀਂ ਹੁਣ ਨਹਿਰ ਤੇ ਪਹੁੰਚ ਗਏ ਹਾਂ। ਹੁਣ ਸਾਡੀ ਜਿਹੜੀ ਸਪੀਡ ਹੈ ਨਾ ਉਹ ਮੇਨਟੇਨ ਹੋਣਾ ਸ਼ੁਰੂ ਹੋ ਗਈ ਹੈ। ਬਾਈਕ ਦਾ ਮਜ਼ਾ ਵੀ ਹੁਣ ਜਿਹੜਾ ਨਾ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਸਪੀਡ ਜਿਹੜੀ ਨਾ ਮੇਨਟੇਨ ਹੋ ਰਹੀ ਹੈ।
ਵੈਸੇ ਵੀ ਸ਼ਾਮ ਦਾ ਟਾਈਮ ਸੀ ਤੇ ਠੰਡਾ ਸੀ ਮੌਸਮ, ਬਾਰਿਸ਼ ਹੋ ਕੇ ਹਟੀ ਸੀ। ਹਾਂਜੀ ਮਿੱਠਾ ਤੁਹਾਨੂੰ ਦੱਸਿਆ ਨਾ ਕਿ ਮੌਸਮ ਸੀ ਪਹਿਲੀ ਗੱਲ, ਪਹਿਲੇ ਤਾਂ ਅਸੀਂ ਜਦੋਂ ਨਿਕਲਣ ਲੱਗੇ ਸਾਡੀ ਉਦੋਂ ਹੀ ਮੋਟਰਸਾਈਕਲ ਜਿਹੜੀ ਉਹ ਪੈਂਚਰ ਹੋ ਗਈ। ਹਾਂ, ਉਹ ਸਵੇਰ ਟਾਈਮ ਹੋਈ ਸੀ, ਉਹ ਮੈਂ ਪਹਿਲੇ ਹੀ ਪੈਂਚਰ ਲਵਾ ਲਿਆ ਹੋਇਆ ਸੀ ਕਿਉਂਕਿ ਮੈਂ ਦੁਕਾਨ ਦਾ ਸਮਾਨ ਵਗੈਰਾ ਲਿਆਉਣਾ ਸੀ ਨਾ। ਬਾਈਕ ਦਾ ਜਿਹੜਾ ਪੈਂਚਰ ਸੀ ਨਾ ਉਹ ਮੈਂ ਲਵਾ ਕੇ ਹੀ ਖੜੀ ਕੀਤੀ ਸੀ। ਲੋ ਜੀ ਹੁਣ ਅਸੀਂ ਨਿਕਲ ਰਹੇ ਜੀ ਲੋਰੋ ਬਾਹਰ ਤੇ ਹੁਣ ਦੇਖਨੇ ਆ ਜੀ ਕਿੰਨੇ ਵਜੇ ਅਸੀਂ ਲਾਹੌਰ ਉੱਥੇ ਸਾਹੀਵਾਲ ਪਹੁੰਚਨੇ ਆ। ਲਾਹੌਰ ਟੂ ਸਾਹੀਵਾਲ ਦਾ ਸਫ਼ਰ ਜਿਹੜਾ ਨਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ। ਇੱਥੇ ਜਿਹੜੇ ਨਾ ਹੁਣ ਇੱਕ ਦੋ ਸਟੇ ਲਾਂਗੇ, ਅਸੀਂ ਜ਼ਿਆਦਾ ਸਟੇ ਲੈਂਦੇ ਨਹੀਂ ਆ, ਲੇਕਿਨ ਹੁਣ ਇਸ ਟਾਈਮ ਜਿਹੜਾ ਨਾ ਨਮਾਜ਼ ਦੇ 2 ਸਟੇ ਆਣੇ ਨੇ, ਇੱਕ ਅਸਰ ਦਾ ਤੇ ਇੱਕ ਆਣਾ ਜੀ ਕੀ ਕਹਿੰਦੇ ਨੇ ਮਗਰਿਬ ਦਾ। ਕੋਈ ਸੇ ਟਾਈਮਿੰਗ ਇਸ ਤਰ੍ਹਾਂ ਸੈੱਟ ਕੀਤੀ ਸੀ ਕਿ ਇੱਕ ਵਜ਼ੂ ਦੇ ਵਿੱਚ ਨਾ ਮੈਂ ਦੋਵੇਂ ਨਮਾਜ਼ਾਂ ਜਿਹੜੀਆਂ ਨਾ ਪੜ੍ਹ ਲਾਂਗਾ। ਤਕਰੀਬਨ 6:30 ਵਜੇ ਜਿਹੜੀ ਹੈ ਨਾ ਵਜ਼ੂ ਕਰਾਂਗਾ, ਜਿਹੜਾ ਨਾ ਅਸਰ ਦੀ ਨਮਾਜ਼ ਪੜਾਂਗਾ, ਥੋੜਾ ਜਿਹਾ ਸਫ਼ਰ ਕਰਾਂਗੇ, ਜਿਸ ਤਰ੍ਹਾਂ ਹੀ ਕੋਈ ਮਸਜਿਦ ਆਏਗੀ ਫਿਰ ਮਗਰਿਬ ਦੀ ਜਿਹੜੀ ਹੈ ਨਾ ਨਮਾਜ਼ ਅਦਾ ਕਰ ਲਾਂਗਾ। ਇਸ ਤਰ੍ਹਾਂ ਜਿਹੜਾ ਨਾ ਸਾਡੀ ਟਾਈਮਿੰਗ ਜਿਹੜੀ ਹੈ ਨਾ ਥੋੜੀ ਜਿਹੜੀ ਹੈ ਨਾ ਸ਼ਾਰਟ ਹੋ ਜਾਏਗੀ। ਇਹ ਜੀ ਪਹਿਲੀ ਸਟੇ ਦੀ ਜਗ੍ਹਾ ਹੈ ਜਿੱਥੇ ਮੈਂ ਨਮਾਜ਼ ਅਦਾ ਕੀਤੀ, ਨਮਾਜ਼ ਅਸਰ। ਮਗਰਿਬ ਜਿਹੜੀ ਹੈ ਨਾ ਮੈਂ ਉਹ ਵੀ ਰਸਤੇ 'ਚ ਪੜ੍ਹ ਲਈ ਸੀ। ਹੁਣ ਅਸੀਂ ਪਹੁੰਚ ਗਏ ਜੀ ਅਲਹਮਦੁਲਿਲਾ ਸਾਹੀਵਾਲ। ਤਸ਼ੋਤਲ ਪੀਤੀ ਹੈ, ਤਸ਼ੋਤਲ ਪੀ ਕੇ ਉਸ ਤੋਂ ਬਾਅਦ ਬਾਹਰ ਆਏ ਤੇ ਭਾਈ ਨਜ਼ਾਰਾ ਲਿਆ ਥੋੜਾ ਜਿਹਾ। ਇਹਨਾਂ ਦੇ ਬਾਹਰ ਰੋਡ ਜਿਹੜਾ ਨਾ ਨਵੀਂ ਸੀਵਰੇਜ ਪਈ ਹੈ ਤੇ ਜਿੰਨੀ ਵਜ੍ਹਾ ਤੋਂ ਨਾ ਰੋਡ ਦੇ ਸਾਹੀਵਾਲ ਦਾ ਜਿਹੜਾ ਨਾ ਚਿਕੜੀ ਹੋਇਆ ਪਿਆ ਸੀ। ਖਾਣੇ ਵਾਸਤੇ ਜਿਹੜਾ ਨਾ ਅਸੀਂ ਬਾਹਰ ਜਾਣਾ ਸੀ, ਰੈਸਟੋਰੈਂਟ ਤੇ ਜਾ ਕੇ ਖਾਣਾ ਸੀ, ਜਿੰਦੇ ਵਾਸਤੇ ਅਸੀਂ ਦੁਬਾਰਾ ਰੈਡੀ ਸ਼ੈਡੀ ਹੋ ਕੇ ਨਿਕਲਣ ਲੱਗੇ ਆ ਜੀ ਹੁਣ ਰੈਸਟੋਰੈਂਟ ਵਾਲ। ਸਾਡੇ ਵਾਸਤੇ ਤੇ ਮੇਰੇ ਭਰਾ ਵੀ ਸਾਰੇ ਬੈਠੇ ਸੀ ਇੰਤਜ਼ਾਰ 'ਚ ਕਿ ਉਹ ਆਣ ਤੇ ਇਕੱਠੇ ਖਾਣਾ ਖਾਣ ਜਾਈਏ। ਉਸ ਤੋਂ ਇਲਾਵਾ ਜੀ ਹੁਣ ਅਸੀਂ ਆ ਪਹੁੰਚ ਗਏ ਆ ਜੀ ਅਬਦੁਰ ਰਹਿਮਾਨ। ਮੇਰੇ ਭਾਈ ਦਾ ਨਾਮ ਵੀ ਅਬਦੁਰ ਰਹਿਮਾਨ ਹੈ ਤੇ ਜਾ ਕੇ ਕਹਿੰਦਾ ਬਾਜੀ ਤੇਰੇ ਭਰਾ ਨੇ ਰੈਸਟੋਰੈਂਟ ਖੋਲਿਆ ਤੇ ਚੱਲ ਚਲੀਏ। ਮੈਂ ਕਿਹਾ ਪਤਾ ਨਹੀਂ ਕਿਹੜਾ ਰੈਸਟੋਰੈਂਟ ਖੋਲਿਆ ਜੀ। ਉੱਥੇ ਪਹੁੰਚੇ ਆ ਤੇ ਜੀ ਅਬਦੁਰ ਰਹਿਮਾਨ ਤਿੱਕਾ ਹਾਊਸ ਤੇ ਪਹੁੰਚੇ ਆ। ਅਲਹਮਦੁਲਿਲਾ ਜੀ ਇਹਨਾਂ ਦੀਆਂ ਕੜਾਈਆਂ ਬੜੀਆਂ ਮਸ਼ਹੂਰ ਨੇ ਸਾਹੀਵਾਲ ਦੇ ਵਿੱਚ ਤੇ ਮੈਂ ਕਿਹਾ ਚਲੋ ਜੀ ਚੈੱਕ ਕਰਾਓ। ਅਸੀਂ ਜ਼ਿਆਦਾਤਰ ਬਾਹਰੋਂ ਖਾਣਾ ਨਹੀਂ ਖਾਂਦੇ ਤੇ ਲਿਓ ਜੀ ਇਹ ਕੜਾਈਆਂ ਸਾਡੀਆਂ ਜਿਹੜੀਆਂ ਨਾ ਆ ਗਈਆਂ ਨੇ। ਇੱਕ ਸਾਦਾ ਕੜਾਈ ਸੀ, ਇੱਕ ਸੀ ਜੀ ਮਲਾਈ ਬੋਟੀ ਕੜਾਈ। ਤੇ ਮਲਾਈ ਬੋਟੀ ਕੜਾਈ ਜਿਹੜੀ ਨਾ ਮੈਨੂੰ ਇੰਨੀ ਖਾਸ ਪਸੰਦ ਨਹੀਂ ਆਈ, ਲੇਕਿਨ ਠੀਕ ਸੀ। ਲੇਕਿਨ ਜਿਹੜੀ ਸਾਦੀ ਕੜਾਈ ਸੀ ਨਾ ਆਹ ਕਿਆ ਹੀ ਮਜ਼ਾ ਆਇਆ। ਮੈਂ ਤੇ ਖਾਣਾ ਜਿਹੜਾ ਨਾ ਉਹਦੇ ਨਾਲ ਹੀ ਖਾਦਾ ਹੈ ਅਲਹਮਦੁਲਿਲਾ ਜੀ। ਸਾਦੀ ਕੜਾਈ ਜਿਹੜੀ ਹੈ ਨਾ ਉਹ ਬੜੀ ਕਮਾਲ ਲੱਗੀ ਹੈ ਮੈਨੂੰ। ਇੱਥੇ ਜਿਹੜੀ ਅੱਜ ਦੀ ਵੀਡੀਓ ਨੂੰ ਐਂਡ ਕਰਨੇ ਆ। ਵੀਡੀਓ ਕਿੰਝ ਦੀ ਲੱਗੀ ਜ਼ਰੂਰ ਦੱਸਿਓ ਜੀ ਕਮੈਂਟ ਬਾਕਸ 'ਚ। ਚੰਗਾ ਫਿਰ ਮਿਲਨੇ ਆ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।